ज्यों जानो त्यों राख हर प्रभ तेरे आं। कीते गुणों असंख अवगुण मेरिया। कीते गुणों असंख अवगुण मेरिया। तुद आगे अरदास मारी जियो पिंड सब तेरा। कहो नानक सब तेरी वड्याई। कोई नौ न जाने मेरा। कहो नानक सब तेरी वड्याई। कोई नौ न जाने मेरा। अमुलो अमुल आख्या न जाए। आख आख रहे लिवलाए। आख वेद पाठ पुराण। आख पढ़े करें बख्यान। आख बर में आख इंद। आख गोपी तै गोबिंद। आख ईश्वर आख सिद्ध। आख केते कीते बुद्ध। आख दानव आख देव। आख सुर नर मुन जन सेव। केते आख आखुण पाहे। केते कह कह उठ उठ जाए। एते कीते होर करे। ता आख न सकै के जे वड भावै ते वड होए। नानक जाने साचा सोए। जे को आखै बोल बिगाड़। तां लिखिए सिर गावारा गावार। जे को आखै बोल बिगाड़। तां लिखिए सिर गावारा गावार। वाहिगुरु जी का खालसा वाहिगुरु जी की फतेह। अति सन्मान सत्कारयोग जुगो जुग अटाल चवर छत्र तख्त दे मालिक साहिब सतगुरु श्री गुरु ग्रंथ साहिब पातशाह जी की मुकद्दस गोद अंदर ढलदी शाम गुरु दे पावन दरबार सजे ने। रहरास साहब का पाठ अरदास हुक्मनामा भाई साहब पासों रोज़ाना की तरह स्रोत पाया है। अगलेरा समा जड़ा है गुर शब्द व्याख्या का। सो कल वाली पौड़ी का कुछ हिस्सा आपके समक्ष पढ़िया है। उहदी विचार गुरु बाबा जी आप कृपा करके करवा लें। सो एक बार शब्द विचार तो पहले सब रसना पवित्र करिए। आखो जी वाहिगुरु वाहिगुरु। साहिब सतगुरु
ਅਕਲ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ। ਵਾਹਿਗੁਰੂ ਪਰਮਾਤਮਾ ਉਹ ਮੁੱਲ ਹੈ, ਉਹਦੀ ਕੋਈ ਕੀਮਤ ਨਹੀਂ। ਕੋਈ ਆਖੇ ਮੈਂ ਕੀਮਤ ਤਾਰ ਦੇਵਾਂਗਾ, ਕੀਮਤ ਨਹੀਂ ਹੈ। ਜਿਸ ਚੀਜ਼ ਦੀ ਕੀਮਤ ਆ ਜਾਏ ਤੇ ਉਹ ਨਾਸ਼ਵਾਨ ਹੁੰਦੀ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਉਹ ਮੁੱਲ ਹੈ। ਜੇ ਉਹ ਮੁੱਲ ਹੈ ਤੇ ਉਸ ਅਮੁੱਲ ਕਰਤਾਰ ਨੂੰ ਮਿਲਣ ਵਾਲੇ ਵੀ ਅਮੁੱਲ ਹੋ ਜਾਂਦੇ ਨੇ। ਜਿਸ ਚੀਜ਼ ਦਾ ਸੌਦਾ ਮਾਇਆ ਨਾਲ ਹੋਏਗਾ ਉਹਦਾ ਅੰਤ ਵੀ ਮਾਇਆ ਵਰਗਾ ਹੋਏਗਾ। ਜਿਸ ਚੀਜ਼ ਦਾ ਸੌਦਾ ਪਦਾਰਥ ਨਾਲ ਹੋਏਗਾ ਉਹਦਾ ਅੰਤ ਵੀ ਪਦਾਰਥ ਹੋਏਗਾ। ਜਿਹੜੀ ਵਸਤੂ ਹੀ ਅਮੁੱਲ ਹੈ ਤੇ ਉਹਦਾ ਸੌਦਾ ਵੀ ਅਮੁੱਲ ਹੋਏਗਾ। ਜਿਹੜੀ ਚੀਜ਼ ਅਮੁੱਲ ਹੈ ਉਹਨੂੰ ਖਰੀਦਣ ਵਾਲੇ ਵੀ ਅਮੁੱਲ ਹੋਣਗੇ। ਹਰੇਕ ਤਾਂ ਉਹਨੂੰ ਖਰੀਦ ਨਹੀਂ ਸਕਦਾ। ਤੇ ਇਹ ਜਿਹੜਾ ਕੰਮ ਹੈ ਇਹ ਹਰੇਕ ਦੇ ਵੱਸ ਦਾ ਨਹੀਂ। ਇਹ ਵੀ ਵਪਾਰ ਕਰਨ ਵਾਲੇ ਵੀ ਬਿਰਲੇ ਹੁੰਦੇ ਨੇ। ਅਸੀਂ ਇਹਦਾ ਰਾਤ ਮਤ ਬੁੱਧ ਅਨੁਸਾਰ, ਗੁਰੂ ਦੀ ਬਖਸ਼ਿਸ਼ ਅਨੁਸਾਰ ਸਮਝਣਾ ਕੀਤਾ ਸੀ। ਇੱਥੇ ਆਪਾਂ ਸਮਾਪਤੀ ਕਰ ਦਿੱਤੀ ਵੀ ਅਮੁੱਲੋ ਅਮੁੱਲ। ਅਮੁੱਲੋ ਅਮੁੱਲ ਦਾ ਮਤਲਬ ਜਿਵੇਂ ਨਾ ਆਪਾਂ ਕਹਿੰਦੇ ਸੱਚੋ ਹੀ ਸੱਚ। ਦੋ ਸ਼ਬਦ ਨੇ। ਜਦੋਂ ਪਹਿਲਾ ਹੋੜਾ ਲੱਗ ਜਾਏ ਤੇ ਪਿਛਲਾ ਸ਼ਬਦ ਗੱਲ ਨੂੰ ਵਧਾ ਕੇ ਕਹਿਣਾ ਸੱਚੋ ਸੱਚ, ਜਾਂ ਫਿਰ ਕਹੋ ਝੂਠੋ ਝੂਠ। ਹੋੜਾ ਲੱਗ ਜਾਏਗਾ ਮੂੰਹ। ਪਾਣੀ ਹੋਏ ਪਾਣੀ, ਮਤਲਬ ਕਿਸੇ ਚੀਜ਼ ਨੂੰ ਵਧਾਉਣਾ ਹੋਵੇ। ਤੇ ਗੁਰੂ ਪਾਤਸ਼ਾਹ ਕਹਿੰਦੀ ਉਹ ਅਮੁੱਲ ਅਮੁੱਲ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਹੈ। ਅਮੁੱਲ ਤੋਂ ਵੀ ਅਮੁੱਲ ਹੈ, ਪਕੜ ਤੱਕ ਹੀ ਨਹੀਂ ਕੋਈ। ਫਿਰ ਕਹਿੰਦੇ ਅਮੁੱਲ ਅਮੁੱਲ ਆਖਿਆ ਨਾ ਜਾਏ। ਜਿਹੜਾ ਅਮੁੱਲ ਹੈ ਉਹਦਾ ਫਿਰ ਮੁੱਲ ਆਖੇ ਨਹੀਂ ਜਾ ਸਕਦਾ। ਫਿਰ ਕਿਵੇਂ ਆਖੀ, ਕਿਵੇਂ ਆਖਣ, ਦੱਸੇ ਹੀ ਨਹੀਂ ਜਾ ਸਕਦਾ। ਮਤਲਬ ਉਸ ਸਟੇਜ ਤੇ ਜਾ ਕੇ ਕੋਈ ਬਿਆਨ ਕਰੇ, ਉਹਨੂੰ ਬਿਆਨ ਕਰੇ ਤੇ ਉਹ ਦੱਸ ਹੀ ਨਹੀਂ ਸਕਦਾ। ਹੈ ਉਹਨੂੰ ਬਿਆਨ ਨਹੀਂ ਹੋ ਸਕਦਾ। ਉਹਦਾ ਰੂਪ ਹੈ, ਰੂਪ ਤੇਰਾ ਦਰਸਾਰਾ। ਉਹ ਅਗੰਮ ਹੈ, ਗੰਮ ਹੈ। ਉਹਦੀ ਮੂਰਤ ਹੈ, ਪਰ ਕਿਹੜੀ ਮੂਰਤ ਹੈ? ਅਕਾਲ ਮੂਰਤ ਹੈ। ਮੂਰਤ ਹੈ, ਅਕਾਲ ਮੂਰਤ ਹੈ। ਉਹਦੀ ਉਪਮਾ ਹੈ ਅਨੂਪ ਤੇਰਾ ਦਰਸਾਰਾ। ਜਿਸ ਦੀ ਮੰਨ ਲਓ ਸਪੋਜ਼ ਕਰੋ, ਇਹ ਗੱਲ ਥੋੜ੍ਹੀ ਜਿਹੀ ਮੈਂ ਕਹਿ ਰਹੇ ਜਿਵੇਂ ਕਹਿ ਲਓ ਨਾ ਵੀ ਜਿਵੇਂ ਆਪਾਂ ਕੋਈ ਚੀਜ਼ ਕਹਦੇ ਵੀ ਫਲਾਣੀ ਚੀਜ਼ ਬੜੀ ਉਚਾਈ ਹੈ, ਵੀ ਆਪਾਂ ਅੱਗੇ ਕਹਿੰਦੇ ਕਿੰਨੀ ਕੁ ਉਚਾਈ ਆ, ਅਤੇ ਅਸੀਂ ਉਹਦੇ ਬਰਾਬਰ ਕੋਈ ਚੀਜ਼ ਦੱਸ ਦਈਏ, ਉਹਦੀ ਉਪਮਾ ਕਰਦੇ ਵੀ ਇਹਦੇ ਵਾਂਗੂ। ਕਹਿੰਦੇ ਜੀ ਚਿੱਟਾ ਕਿਹਦੇ ਵਰਗਾ? ਦੁੱਧ ਵਰਗਾ ਚਿੱਟਾ। ਇਹਦਾ ਮਤਲਬ ਦੁੱਧ ਨਾਲ ਉਹਦੀ ਉਪਮਾ ਕਰ ਦਿੱਤੀ, ਉਮਵੇ ਕਰ ਦਿੱਤਾ ਉਹਨੂੰ। ਉਹਦੀ ਉਪਮਾ ਦੱਸਣ ਲਈ ਦੁੱਧ ਦੀ ਉਪਮਾ ਦਿੱਤੀ। ਬੱਚਾ ਚੰਨ ਵਰਗਾ ਸੋਹਣਾ ਹੈ, ਚੰਨ ਨਾਲ ਉਪਮਾ ਦੇ ਦਿੱਤੀ। ਕੋਈ ਚੀਜ਼ ਤਾਂ ਉਹਦੇ ਨਾਲ ਦੱਸੀ ਹੈ ਨਾ। ਉਪਮਾ ਦਾ ਮਤਲਬ ਕੀ ਹੁੰਦਾ? ਉਪਮਾ ਕਰਨ ਲਈ ਕੋਈ ਚੀਜ਼ ਉਹਦੇ ਨਾਲ ਬਰਾਬਰ ਦੱਸਣੀ ਪੈਂਦੀ ਹੈ ਵੀ ਐਵੇਂ ਹੈ, ਉਹਦੀ ਉਪਮਾ ਦੱਸੀ ਜਾ ਸਕਦੀ ਹੈ। ਕਿਹੋ ਜਿਹਾ ਸੁਭਾਅ ਜੀ ਉਹਦਾ? ਅਸੀਂ ਕਹਿੰਦੇ ਜੀ ਐਂ ਆ ਬਸ, ਉਹਦੇ ਵਰਗਾ ਜਮਾਂ ਹੀ। ਕਿਸੇ ਬੰਦੇ ਦੀ ਉਪਮਾ ਦੇ ਦਿੱਤੀ ਇਹੋ ਜਿਹਾ। ਕੋਈ ਚੀਜ਼ ਅਸੀਂ ਦੱਸਦੇ ਹਾਂ, ਉਹਨੂੰ ਜਦੋਂ ਅਸੀਂ ਬਿਆਨ ਕਰ ਦਿੰਦੇ ਹਾਂ ਕਿਸੇ ਸ਼ਬਦਾਂ 'ਚ, ਉਹਦੀ ਉਪਮਾ ਹੋ ਜਾਂਦੀ ਵੀ ਇਹਦੇ ਵਰਗਾ, ਇਹਦੇ ਵਰਗਾ।
ਬਾਣੀ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਪਰਮੇਸ਼ਰ ਵਰਗਾ। ਪਰਮੇਸ਼ਰ ਕਿਹਦੇ ਵਰਗਾ? ਇਹਦੀ ਉਪਮਾ ਕਿਵੇਂ ਕਰਾਂਗੇ? ਹੈਗਾ ਗਾ ਪਰ ਉਹਦੇ ਬਰਾਬਰ ਦੀ ਕੋਈ ਚੀਜ਼ ਹੀ ਨਹੀਂ ਸੰਸਾਰ 'ਚ ਹੈਗੀ ਜਿਹਦੇ ਬਰਾਬਰ ਕਹਿ ਦਾਂਗੇ ਇਹਦੇ ਵਰਗਾ ਗਾ। ਜੇ ਜਿਸ ਚੀਜ਼, ਫਿਰ ਮੈਂ ਬੇਨਤੀ ਕਰ ਰਿਹਾ ਗਾ ਵੀ ਉਹਦੇ ਬਰਾਬਰ ਦੀ ਕੋਈ ਚੀਜ਼ ਹੋਵੇ ਨਾ, ਫਿਰ ਹੀ ਕਹਿ ਸਕਦੇ ਹਾਂ ਇੰਨਾ ਕਿਹੋ ਜਿਹਾ ਵੀ ਇਹੋ ਜਿਹਾ ਗਾ। ਕੋਈ ਵੀ ਚੀਜ਼ ਦੱਸਣ ਲੱਗੇ ਅਸੀਂ, ਜੇ ਕੋਈ ਸਾਨੂੰ ਅੱਗੋਂ ਪੁੱਛ ਰਿਹਾ ਵੀ ਭਾਈ ਕਿਹੋ ਜਿਹਾ, ਤਾਂ ਅਸੀਂ ਉਹਦੀ ਕੋਈ ਨਾ ਕੋਈ ਚੀਜ਼ ਉਦਾਹਰਨ ਲੱਭ ਕੇ ਦੱਸਦੇ ਨੇ ਵੀ ਇਹੋ ਜਿਹਾ। ਹੁਣ ਜਿਨ੍ਹਾਂ ਨੇ ਉਹਨੂੰ ਵੇਖ ਲਿਆ ਉਹਨਾਂ ਨੂੰ ਪੁੱਛਦੇ ਨੇ ਵੀ ਦੱਸੋ ਕਿਹੋ ਜਿਹਾ। ਹੁਣ ਦੱਸਣ ਵਾਸਤੇ ਕੋਈ ਤੁਹਾਨੂੰ ਐਗਜ਼ਾਮਪਲ ਦੇਣੀ ਪਏਗੀ, ਫਿਰ ਹੀ ਦੱਸਾਂ ਵੀ ਕਿਹੋ ਜਿਹਾ। ਐਗਜ਼ਾਮਪਲ ਕੋਈ ਸੰਸਾਰ 'ਚ ਹੈ ਹੀ ਨਹੀਂ ਵੀ ਉਹਦੇ ਇਹੋ ਜਿਹਾ। ਫਿਰ ਮੈਂ ਨੁਕਤੇ ਨੂੰ ਬਿਆਨ ਕਰ ਰਿਹਾ, ਜਿਹੜੀ ਵੀ ਚੀਜ਼ ਸੰਸਾਰ 'ਚ ਹੈ ਜੇ ਉਹਨੂੰ ਦੱਸਣਾ ਹੈ, ਕੋਈ ਦੱਸਣੀ ਹੋਵੇ ਕਿਹੋ ਜਿਹਾ ਭਾਈ ਇਹੋ ਜਿਹਾ ਗਾ। ਹੁਣ ਜਿਹੜੇ ਰੱਬ ਦੇ ਪਿਆਰੇ ਨੇ ਉਹਨੂੰ ਵੇਖਿਆ ਹੈ, ਅਨੂਪ ਤੇਰਾ ਦਰਸਾਰਾ, ਜਦੋਂ ਮੈਂ ਤੇਰੇ ਦਰਸ ਕੀਤੇ ਅਨੂਪ ਹੈ, ਉਹਦੀ ਉਪਮਾ ਕੋਈ ਨਹੀਂ। ਅੱਗੋਂ ਕਹਿੰਦੇ ਰੱਬ ਕਿਹੋ ਜਿਹਾ, ਕਹਿੰਦੇ ਜੀ ਮੈਂ ਦੱਸ ਨਹੀਂ ਸਕਦਾ। ਕਿਉਂ ਨਹੀਂ ਦੱਸ ਸਕਦਾ? ਕਿਉਂਕਿ ਉਹਦੇ ਨਾਲ ਦੀ ਚੀਜ਼ ਹੀ ਕੋਈ ਨਹੀਂ ਹੈਗੀ। ਜੈਸਾ ਤੂੰ ਤੈਸਾ ਤੂੰ ਹੀ ਹੈ, ਬਸ। ਵੀ ਜਿਹੋ ਜਿਹਾ ਤੂੰ ਹੈਗਾ ਮੈਂ ਤੂੰ ਹੀ ਹੈ, ਉਹਦੇ ਨਾਲ ਦਾ ਕੋਈ ਹੋਰ ਚੀਜ਼ ਹੈ ਨਹੀਂ ਵੀ ਜਿਹੜੀ ਮੈਂ ਕਹਿੰਦਾ ਵੀ ਇਹਦੇ ਵਰਗਾ ਗਾ। ਕਿਹੋ ਜਿਹੀ ਮੂਰਤ ਆ ਉਹਦੀ? ਕਹਿੰਦੇ ਅਕਾਲ ਮੂਰਤ ਹੈ। ਦੁਨੀਆ ਦੀ ਮੂਰਤ ਹੈਗੀਆਂ ਨੇ, ਉਹਦੀ ਮੂਰਤ ਹੈ। ਅਸੀਂ ਕਾਲ ਵਾਲੇ, ਉਹ ਅਕਾਲ ਵਾਲਾ ਮੂਰਤ ਹੈਗੀ ਹੈ। ਫਿਰ ਅਕਾਲ ਦੀ ਮੂਰਤ 'ਚ ਜਾਓ ਨਾ। ਇਵੇਂ ਹੈ ਪਰਮੇਸ਼ਰ ਨੂੰ ਜਿਹੜੇ ਮਾਫੀ ਚਾਹਾਂਗੇ, ਜਿਹੜੇ ਮਿਲੇ ਨੇ ਨਾ ਉਹ ਦੱਸਣ ਜੋਗੇ ਨਹੀਂ। ਦੱਸ ਕਿਉਂ ਨਹੀਂ ਸਕਦੇ? ਉਹ ਦੱਸਣ ਵਾਸਤੇ ਕੀ ਕਰਨਾ ਪੈਂਦਾ? ਤਾਂ ਹੀ ਦੱਸਾਂਗੇ। ਕੀ ਦੱਸੀਏ ਜੀ ਕਿਹਾ ਜਾਏਗਾ? ਬਸ ਹੁਣ ਉਦਾਹਰਣ ਦਿੱਤੀ ਹੈ ਵੀ ਕਹਿੰਦੇ ਹਰ ਗੁਣ ਕਹਿਤੇ ਕਹਿਣ ਜਾਈ ਜੈਸੇ ਗੂੰਗੇ ਕੀ। ਬਸ ਗੂੰਗਾ ਖੁਸ਼ ਹੋਈ ਜਾਂਦਾ, ਉਹਨੂੰ ਪੁੱਛ ਵੀ ਕਿਹੋ ਜਿਹੀ ਮਿੱਠੀ ਹੈ, ਕੀ ਦੱਸੇ ਉਹ। ਹੁਣ ਇਹਦਾ ਮਤਲਬ ਐਵੇਂ ਹੀ ਆ, ਵਾਹਿਗੁਰੂ ਨੂੰ ਜਿਹੜੇ ਪਰਮਾਤਮਾ ਨੂੰ ਦੱਸਣ ਲੱਗੇ, ਆਖਣ ਲੱਗੇ। ਹੁਣ ਇੱਥੋਂ ਗੱਲ ਸ਼ੁਰੂ ਹੋਣੀ ਆਪਣੀ ਅਗਲਾ ਪੌੜੀ, ਜਿਹੜੀ ਅੱਧੀ ਪੌੜੀ ਆ। ਉਹ ਕਹਿੰਦੇ ਅਮੁੱਲੋ ਹੈ, ਉਹ ਤਾਂ ਅਮੁੱਲ ਹੈ ਵਾਹਿਗੁਰੂ, ਅਮੁੱਲੋ ਅਮੁੱਲ। ਫਿਰ ਕੀ ਮੁੱਲ ਆ ਜੀ ਉਹਦਾ ਦੱਸੋ? ਕਹਿੰਦੇ ਆਖਿਆ ਨਾ ਜਾਏ। ਸ਼ਾਇਦ ਮੈਂ ਕੱਲ ਗਲਤ ਨਾਲ ਕਹਿ ਦਿੱਤਾ ਸੀ, ਜਾਂ ਮੈਂ ਕਿਹਾ ਸੀ ਨਾ ਵੀ ਉਹ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਸ ਪੜ੍ਹਿਆ ਸੀ ਨਾ ਵੀ ਉਹ ਮੁੱਲ ਦਿੱਤਾ, ਉਹਦਾ ਮੁੱਲ ਕੀ ਤਾਰਿਆ? ਮਨ ਦੇ ਰਾਮ ਲਿਆ ਹੈ ਮੋਲ। ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਰਾਮ ਦਿਸਦਾ? ਨਹੀਂ ਦਿਸਦਾ ਨਾ। ਅੱਛਾ ਹੁਣ ਦੱਸੋ ਮਨ ਦਿਸਦਾ? ਫਿਰ ਬਰਾਬਰ ਦੀ ਹੋ ਗਈ ਨਾ ਚੀਜ਼। ਜਿਹੜੀ ਚੀਜ਼ ਮਿਲ ਰਹੀ ਹੈ ਦਿਸ ਹੋ ਵੀ ਨਹੀਂ ਰਹੀ, ਜਿਹੜਾ ਦੇ ਰਿਹਾ ਚੀਜ਼ ਦਿਸ ਹੋ ਵੀ ਨਹੀਂ ਰਹੀ। ਫਿਰ ਸੌਦਾ ਇੱਕ ਬਰਾਬਰ ਦਾ ਹੋ ਗਿਆ ਨਾ। ਜਦੋਂ ਅਸੀਂ ਕੋਈ ਇੱਥੇ ਹੋਰ ਚੀਜ਼ ਦੇ ਕੇ ਉਹਦਾ ਮੁੱਲ ਚੀਜ਼ ਉਹ ਦੇ ਲੈ ਮੰਗਦੇ ਹਾਂ ਜਿਹੜੀ ਦਿਖਾਈ ਨਹੀਂ ਦੇ ਰਹੀ, ਉੱਥੇ ਫਿਰ ਕੀ ਹੁੰਦਾ ਹੈ? ਉੱਥੇ ਬੰਦਾ ਫਸ ਜਾਂਦਾ ਹੈ ਕਿਸੇ ਰੂਪ ਦੇ ਵਿੱਚ ਵੀ ਆਹ ਦੇ ਦਾਂ ਮੈਂ ਤੈਨੂੰ ਤੇ ਮੈਂ ਐ ਮਿਲ ਜਾਏਗਾ। ਨਹੀਂ ਮਿਲਦਾ। ਇਸ ਕਰਕੇ ਬਾਣੀ ਕਹਿੰਦੀ ਉਹ ਅਮੁੱਲ ਹੈ ਭਾਈ, ਉਹ ਕਿਸੇ ਵੀ ਮੁੱਲ ਤੁਸੀਂ ਉਹਦਾ ਤਾਰ ਨਹੀਂ ਸਕਦੇ। ਨਹੀਂ ਜੀ ਮੈਂ 1 ਕਰੋੜ ਦਾ ਰੁਮਾਲਾ ਚੜਾ ਦੂੰਗਾ, ਫਿਰ ਕੀ ਹੋ ਜਾਏਗਾ? ਫਿਰ ਕੀ ਹੋ ਕੁਛ? ਮੈਂ ਤਾਂ ਗੁਰਦੁਆਰੇ ਨੂੰ ਸਾਰੀ ਦਾਨ ਹੀ ਕਰ ਦਿੱਤੇ, ਗੁਰਦੁਆਰਾ ਬਣਾਓ, ਫਿਰ ਕੀ ਹੋ ਜਾਏਗਾ? ਪੜ੍ਹਿਆ ਸੀ ਨਾ ਪਿੱਛੇ ਆਪਾਂ ਪੜ੍ਹਿਆ ਸੀ ਵੀ ਜੇ ਕੁਛ ਕਰਦਾ ਵੀ ਹੈ ਬੰਦਾ ਕੀ ਹੁੰਦਾ? ਜੇ ਕੋ ਪਾਵੈ, ਜੇ ਕੋਈ ਪਾਉਂਦਾ ਵੀ ਹੈ ਤਾਂ ਕੀ ਮਿਲਦਾ? ਤਿਲਕਾ ਮਾਨ। ਬਸ ਇਸ ਤੋਂ ਬਾਅਦ ਕੁਛ ਨਹੀਂ ਮਿਲਦਾ। ਇੱਥੇ ਲਿਖਿਆ ਨਹੀਂ ਵੀ ਜੇ ਕੋਈ ਮਿਲਿਆ ਤਾਂ ਰੱਬ ਮਿਲ ਜਾਂਦਾ। ਨਾ 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 ਨਾ, ਕਿਤੇ ਵੀ ਨਹੀਂ ਬਾਣੀ 'ਚ ਵੀ ਆਹ ਦਿੱਤੇ ਆ ਰੱਬ ਮਿਲਦਾ। ਤਾਂ ਹੀ ਤਾਂ ਇਹ ਵੀ ਇਹ ਜਿਨ੍ਹਾਂ ਨੇ ਸਿਰ ਦਿੱਤੇ ਸੀ ਨਾ, ਉਹਨਾਂ ਨੇ ਸਿਰ ਰੱਬ ਦਾ, ਉਹਨਾਂ ਨੇ ਕਿਹਾ ਸੀ ਵੀ ਜੇ ਸਿਰ ਦੇ ਕੇ ਵੀ ਰੱਬ ਮਿਲਦਾ ਸਸਤਾ ਏ।
दुनिया के उत्ते सब तो बंदे आपदा सिर ही देता, फिर भी रब सस्ता है। भी सौदा सस्ता, मतलब माफ़ी चाहूँगा भी रब सस्ता नहीं, रब सौदा सस्ता हो गया भी ये तो बड़ा सौखा है, सस्ती चीज़ मिल गई, छेती मिल गई। सिर दे के भी उत्थे क्या नहीं भी, हाँ ये है सिर देना किहड़ा सिर होवे पता होवे, ऐसा सतगुर जे मिले तिसनों सिर सौंपीए। तो जो सिर देता फिर बिचों आप जाए, होम ही चली गई, मैं ही चले गया। बूंद कहती मैं समुद्र नूं मिलना, कहते तू अपना सिर दे दे, वो बिच डिग पई। हुण बाद च पुछे बूंद कित्थे आ, जिहदा सिर ही वड्ढिया गया दसेगा की हो, रब नूं मिल गया कि नहीं मिल गया, तो सिर तो वड्ढिया गया, सिर तो देता। सिर दित्तिया भी जे रब मिलता है वो सौदा सस्ता है, क्यों? क्योंकि उस बाद दसण वाला नहीं रहिंदा है, मिलता गया दस भाई की सिर तो देता, हुण धड़ दा की दसूगा। हुण जिहड़ा ने आख्या महाराज कहते अमुल्लो अमुल, पहली गल च ही कह गए शुरुआत विच, बाकी अमुल की गल करते करते आ गए, इत्थे कहते अमुल्लो अमुल आख्या ना जाए, बस गल खत्म कर दी, नहीं आख्या जाता। महाराज लोगों ने आख्या, कहते आख्या दसो देख लो, फिर वो व्याख्या की है की कहते आख आख रहे लिव लाए, कहते उन्होंने दस दस के उधर लिव लाउन लग पे। एक अर्थ ये किया भाई वीर सिंह होरां ने इवें किया भी आख आख रहे, आख आख के रह गए, मुक गए, खत्म ही हो गए। बड़ा लिव ला ला के उन्होंने आखना चाहया, आख्या नहीं जा, जो ऊपर कह गए बाबा नानक की कह गए, आख्या ना जाए, नहीं कह सकते। इसलिए अगे फिर कहते जिहड़े ने आख्या गया, आखै वेद पाठ पुराण। हुण ध्यान दिओ, इत्थे जिन्हां ने आख्या भी एवें है रब, दूजिਆਂ ਨੂੰ बयान करने की कोशिश की, आख तो सकते ही नहीं कोई, आखण की कोशिश की। हुण तुसीं देखो शुरुआत में कह गए भी परमेश्वर जिहड़ा है वो जूनी है, वह कोई जन्म नहीं हैगा। फिर असीं कहे जब माफ़ी चाहांगा भी नानक निरंकार है, फिर तो निरंकार नानक के रूप च आ गया, जन्म च आ गया। जिहड़ा नानक खुद कह रहा है भी भाई वो उजूनी है, वो जन्म लेंदा ही नहीं। बाणी ने तक कहा कहते वो जीभा ही सड़ जे जिहड़ी कहती है भी रब जूनी चाहुंदा, फिर असीं किवें कह सकते? कोई मिसटेक हो रही है ना, गलती हो रही है, कोई पिछों रिजल्ट निकल। आखर के ने आख रहे ने दसी जा रहे हैं, आखण वाले ने आख्या कहते आख रहे ले बुलाए, आखे वेद पाठ पुराण, वेदां दा पाठ लैके पुराण लिखे गए सी। वेदां दे विच उहदे जिहड़ा पाठ है ना, वो पाठ भी आख रहा भी भाई उन्होंने आख्या नहीं जा सकता, वो मुल है, आख्या नहीं जा सकता। ये गल आखी सी भी रब मुल है, फिर की किया उहदे विचों भी की बना लिया भी एवें रब नूं मना लो, पुन्नदान कर लो, आ कर लो। वेदा ने कहा, उपदेश किया। अगे कहते आखे पढ़े करे वख्याण, फिर आखे वो प्राण की ने पढ़े, पढ़ के वख्यान कर लगे। जिवें हुण बाणी दे विच जो कुछ लिखिया है उहदी आपां व्याख्या कर रहे हैं ना, वख्यान उहदे ही हो रहे हैं। आखे पहला पढ़ते ने, पढ़ के महाराज कहते आखे पढ़े, फिर करे वख्यान, फिर तो वख्यान करते हैं। वख्यान भी आख के कराया जाता ना, आख के कहा जाता। हुण जिहड़ी गल बाणी कहती है भी परमेश्वर अजूनी है, तो मैं उन्होंने कहा भी परमेश्वर जूनी चा, फिर होगी ना गड़बड़। बाणी ये गल कहती है आख ने, आखण वालियां ने अगों एक्सप्लेन करने वालियां ने आपदे हिसाब नाल बड़े एक्सप्लेन किए, इस करके बहुते टीके बन गए, बहुतियां व्याख्यावां बन गई, वखरा वखरा बन गया भी वो आ गल कहंदा है, आ कहंदा है। हुण जदों बंदा आपदे मुताबक कहण लग जांदा, बस उत्थे गड़बड़ हो जाती है, गुरु मुताबक नहीं कहंदा। साहिब कहंदे आखे बरमे आखे इंद, उन्होंने भी आख्या, ते बाणी च आपां पढ़िया भी ब्रह्मा न जाने भेद।
ईसर बाबा महाराज कहते आखे बरमे आखे इंद आखे गोपी तै गोबिंद, ये भी आख रहे ने गोपी तै गोबिंद। गोबिंद कृष्ण नूं क्या इत्थे उन्होंने भी आख्या, उन्होंने भी व्याख्यान किया। भाई वीर सिंह होरां ने ना एक एवें भी लिखिया, क्योंकि उन्होंने अगों कई टीकियां का जिक्र पाया, कोड करके भी एवें लिखते हैं। बरमे ने किसी नूं उपदेश किया, इंद्र ने किसी नूं उपदेश किया, कृष्ण ने गोपियां नूं, अर्जुन नूं ते अकरूर नूं उपदेश किया, ब्रह्मा ने भी उपदेश किया। उपदेश किया वेदां दा पाठ पढ़न तो पुराणा वालियां ने, पाठियां ने, पढ़न वालियां ने भी उपदेश किया। अगे साहब कहते आखे ईश्वर आखे सिद्ध, आखे ईश्वर। ईश्वर किहनूं कहंदे ने? ईश्वर कहंदे ने शिवाजी नूं, शिव जी नूं। उन्हें भी उपदेश किया, इस करके उहदे तो अगे जोगी सिद्ध बने गोरखनाथ, उन्होंने उपदेश मिले। आख्या उन्होंने दस्या, आख्या कीते कीते बुद्ध, बड़े बुद्धवान विद्वान बंदियां ने अपनी बुद्ध नाल की कीता, कीते पता नहीं किन्ने किन्ने कीते बनाए, बन गए बुद्धवान, बुद्धवान बुद्धिवान बंदे बन गए। केते शब्द ते कीते दो शब्द है। केते का अर्थ बनता पता नहीं किन्ने किन्ने, कीते का मतलब बनाए। केते कीते बुद्ध, जिन्होंने बुद्धि कीते प्रगट होई तो उन्होंने भी आखना किया भी एवें है जी एवें। साहिब कहते आखै दानव आखै देव, दानव ते देवते, राक्षस ते देवते। इत्थे ये गल क्लीयर होगी, राक्षस मनते ने रब हैगा, वो भी आखते ने उन्होंने। जो हिस्टरी नूं ना आपां जिहड़ा मैथोलॉजी जिथे इन्हां दा जिक्र आउंदा देवी देवतियां दा, सिद्धां दा, योगियां दा, ब्रह्मा दा, विष्णु दा, उत्थे जो असीं कोई बार पढ़दे हैं उत्थे दानव, वो भी कहंदे ने जे राक्षस है वो भी उतों शक्ति मंगदा, तो जिहड़ा दानव है देव है वो भी उतों शक्ति मंगदा। मैं सवेरे कह रहा सी चंडी दी वार दे विच शुरुआत में गुरु पातशाह ने कहा कि तैथों ही बल राम लै। किने राम बाल की नहीं लिया, राम ने बल लिया। कितों लिया? उतों लिया। तो जिहड़ा रावण सी, रावण ने भी उहदी भगत की। कहण तो भाव यह है, आखदे वो भी ने, सब आख रहे भी वो अमुल है, नहीं मिलता। फिर कहते आखै सुर नर मुन जन सेव, सुर सुरलोक, नर मनुख, मुन मुनि लोक, जन सेवक, सेव सरेवड़े भी आउंदा इत्थे, जैनी भी आउंदा गा, सेव सेवक भी आउंदा है, सब आखदे। बाबा जी कहते केते आखे आखण पाए, पता नहीं किन्ने क आख रहे हैं, आखे ते आखण पाहे, आखण वास्ते अगे तैयार हो रहे हैं। जिवें इंज कह लो भी जिन्होंने कथा सीख ली वो आखण लगे हुए हैं, जिहड़े हजे सिख रहे हैं वो आखण वास्ते तैयार हो रहे हैं। केते आखे किन्ने क आख रहे हैं, आखण पाए अगे आखण वास्ते तैयार ने। केते कह कह, हुण कहते किन्ने ही ने जिहड़े ये आख आख के कह के की हो गया उठ उठ जाए। कित्थे चले गए उन्होंने कहने वाले, जिन्हों का असीं जिक्र करते है नहीं ना, उठ उठ के चले गए सब, आख रहे ने। केते कह कह उठ उठ जाहे। फिर बाबा जी कहते एते कीते, इन्ने पता नहीं कीते ने उन्हें होर करें, जिन्हों का मैं जिक्र किया इन्ने होर हो जान। होर एते कीते होर करे, फिर की हो जाएगा? कोई फर्क नहीं पैना उन्होंने। ता आख न सके कई के, फिर भी कोई आख नहीं सकता उन्होंने। आखण लगने होर बड़ा हो जाएगा, दसण लगने होर हो जाएगा। वो मुल है। देखो ना, फिर मैं पहली मैं गल इत्थों शुरू की थी, मैं दोबारा फिर रिपीट करदा भी दसू तो बंदा जे उहदी उपमा देने लई की होएगा, कोई चीज़ बराबर दी होएगी, फिर की आखणगे।
एक शायर ने लिखा सी, जो पंजाबी पढ़ते सी एम ए, उदों कोई पंक्तियां जहन च सीगियां। कहंदे रब एक गुंझलदार बुझारत, रब एक गोरख धंधा। रब एक गुंझलदार बुझारत, जिहड़ी गुंझलदार बुझारत होवे। रब एक गोरख धंधा। कहंदे पेच इस दे खोलण लग जाए, काफर हो जाए बंदा। जे किते समझे मैं खोल के देख ला भी आ बुझारत मैं समझ लाँगा, ना 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 ना, काफर हो जाएगा। क्यों? क्योंकि उस तक पहुँच ही नहीं सकता। ਐਵੇਂ नहीं बाबा नानक बार बार कहते, बलिहारी कुदरत वसिया, बलिहारी कुदरत वसिया, बलिहारी कुदरत वसिया, बलिहारी कुदरत वसिया। आगे की क्या बोलो? तेरा अंत न जाई लखिया, तेरा अंत न जाई लखिया। अज का हुक्मनामा पढ़िया होगा ने तो अगे जान लगे पढ़नगे की आ, तलंग महला वाहिगुरू, तलंग घर दूजा महला पंजवा। बाबे नानक उहदे च शुरू किया है गुरु पातशाह ने। पंजवें पातशाह कहते तुद बिन, मतलब कि लकीर जिथे ये शब्द आ जाए ना, वह मतलब हो इदू गहां बस खत्म। तुद बिन, तेरे तो बिना दूजा ना ही कोई, है ही कोई। तू करतार करें सो होए, तेरा जोर तेरी मन टेक, सदा सदा जप नानक एक। ओदा तो बिना कोई और है ही नहीं। साहिब पातशाह कहते इस करके एते केते होर करे, पता नहीं किन्ने कने नहीं समझ सकता उसकी बुझारत नूं। वो ऐसी बुझारत है, ऐसा बुझे तो जा ही नहीं जा सकता। जे ही चीज़ बुझी गई जी पकड़ में आ गई, फिर तो वो पकड़ में आ गए ना। फिर तो आप पढ़े ना अगम है, वो गोचर है, उच्चा पार। अज सवेरे हुक्मनामे च पढ़िया अगम, अगम भी है, अगम भी है, उच्चा भी है, पार भी है। शब्द सारे गमता तो परे है, उच्चा उचाई तो परे है। फिर वो पकड़ के मैं आ जी। साहब कहते ना पता नहीं किन्ने एते कीते होर करे, तां फिर की हो जाएगा? कहते तां आख ना सके कई के, फिर भी आख नहीं सकते। ये तो अमुलो अमुल बस आख्या ना जाए। मतलब फिर वापस आओ, अमुल तो आड़ा हटा के पढ़ो मुल। तुसी जिन दुनिया के उत्ते केड़ी चीज़ है, कोई भी चीज़ है, वह मुल तार दो। जे तुसी मुल दे तो की हो जाएगी? वो थोड़ी होगी ना, खरीदी गई। दूजा पक्ष यह है जिहड़ी तुसी चीज़ मुल लै ली, अज तुसी किसी तो मुल लिया, कल तुसी किसी मुल बेच दो, बेची जा सकती है ना। आही काम लोग करन लग पे सी। अमुल चीज़ सीगी, मुल विकनी शुरू हो गई जिथे भी हुई धर्म की दुनिया च। तो फिर की होया? खिलौना जिहा बना लिया रब नूं। बच्चे नहीं खेडते होंदे खिलौने नाल, भी 2 मिनट खेड लो फिर रख दो, फिर शाम तक याद आ जाएगा, शाम जी फिर खेडन लग जाओ। जे मतलब जे आया भी आह काम है, चलो फिर खेड लो ना। महाराज कहते लोगों ने तो लोगन राम खलोना जाना, लोगन राम खलोना जाना, लोगन खिलौना ही बना लिया। जानते ने, समझते ने भी खिलौना है, जो जी करता। डरते कोई नहीं डर रहे। खिलौना बना लिया जो जी कि खेडना मन, खेडण वास्ते ना मन, जो बच्चा जिवें खेडदा हुंदा
ਉਹ ਉਨਾ ਚਿਰ ਖੇਡਦਾ ਜਿੰਨਾ ਚਿਰ ਉਹਦਾ ਮਨ ਪਰਚਾਵਾ ਹੈ। ਬਸ ਜਦੋਂ ਉਹਨੂੰ ਮਾਂ ਲੱਗ ਗਈ ਭੁੱਖ, ਫਿਰ ਉਹ ਖਿਡੌਣਾ ਭਗਾ ਕੇ ਮਾਰਦਾ। ਬਥੇਰਾ ਉਹਨੂੰ ਕਹਿੰਦੇ ਫੜ ਲਾ 2 ਮਿੰਟ ਤੇਰੀ ਮਾਂ ਆ ਜਾਏਗੀ, ਨਾ ਹੁਣ ਨਹੀਂ ਖੇਡਣਾ, ਵਿੱਚ ਛੱਡ ਦੋ ਪਰੇ, ਖੇਡ ਲਿਆ ਬਸ ਮਨ ਪਰਚਾਵਾ। ਕੁਛ ਚੀਜ਼ਾਂ ਅਸੀਂ ਮਨ ਪਰਚਾਵੇ ਲਈ ਕਰਦੇ ਹਾਂ। ਮਨ ਪਰਚਾਵਾ ਹੀ ਆ ਵੀ ਆਹ ਅਸੀਂ ਗੁਰੂ ਨੂੰ ਦੇ ਆਇਆ, ਇੱਥੇ ਆਹ ਵੀ ਦੇਤਾ, ਆਹ ਵੀ ਦੇਤਾ, ਇਹ ਮਨ ਪਰਚਾਵੇ ਹੀ ਰਹਿ ਜਾਣਾ। ਇਹਦੇ ਨਾਲ ਰੱਬ ਵਸ ਨਹੀਂ ਆਉਂਦਾ। ਨਾ ਤੂੰ ਆਵੇ ਬਸ ਬਹੁਤ ਘਿਣਾਵਣੇ, ਕੋਈ ਲੰਮਾ ਪੈ ਕੇ ਮੱਥਾ ਟੇਕੀ ਜਾਂ ਕੋਈ ਸਿੱਧਾ ਟੇਕੇ, ਉਹਨੂੰ ਕੋਈ ਫਰਕ ਥੋੜ੍ਹੀ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਨਾ ਤੂੰ ਆਵੇ ਬਸ ਵੇਦ ਪੜ੍ਹਾਵਣੇ, ਪੜ੍ਹਤਾ ਤੂੰ ਰਿਹਾ, ਪੜ੍ਹਨ ਵਾਸਤੇ ਮਤਲਬ ਸੀ ਵੀ ਗਊ ਮੈਂ ਸੁਨੇਹਾ ਦਿੱਤਾ ਸੀ, ਉਹ ਜੋ ਪੜ੍ਹਿਆ ਉਹਦੇ 'ਤੇ ਚੱਲ। ਉਹ ਕਹਿੰਦੇ ਮੈਂ ਪੜ੍ਹ ਲੈਣਾ ਬਹੁਤ ਹੈ। ਨਾ ਤੂੰ ਆਵੇ ਬਸ ਤੀਰਥ ਨਹਾਈਏ, ਨਾ ਤੂੰ ਆਵੇ ਬਸ ਧਰਤੀ ਧਾਈਏ, ਫਿਰ ਮੈਨੂੰ ਮਿਲਿਆ। ਨਾ ਤੂੰ ਆਵੇ ਬਸ ਕਿਤੇ ਸਿਆਣਪ ਹੈ, ਸਹਿ ਸਿਆਣਪਾਂ, ਨਾ ਤੂੰ ਆਵੇ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਲੈ। ਇੰਨਾ ਦਾਨ ਕਰਤਾ ਜੀ, ਬਹੁਤ ਦਾਨੀ ਹੈ ਬੰਦਾ ਜੀ, ਬਹੁਤ ਚੰਗਾ। ਫਿਰ ਕੀ ਹੋ ਜਾਏਗਾ? ਰੱਬ ਤਾਂ ਨਹੀਂ ਮਿਲਣਾ। ਕੀ ਮਿਲਿਆ? ਜੇ ਕੋ ਪਾਵੈ ਤਿਲਕਾ ਮਾਣ ਹੀ ਮਿਲਿਆ ਬਸ। ਮਾਣ ਬੜੀ ਵੀ ਉਹ ਫਲਾਣਾ ਸਾਹਿਬ ਬੜਾ ਬੜਾ ਦਾਨੀ ਹੈ, ਫਿਰ ਕਿ ਮਾਣ ਹੀ ਹੈ। ਮਾਣ ਕਦੇ ਵੀ ਜਿੱਥੇ ਮਾਣ ਮਿਲੇਗਾ ਅਭਿਮਾਨ 'ਚ ਬਦਲ ਜਾਏਗਾ, ਕਿਤੇ ਵੀ ਅਭਿਮਾਨ 'ਚ ਹੋ ਜਾਏਗਾ। ਇਹ ਹੈ ਬਾਬਾ ਜੀ ਕਹਿੰਦੇ ਜੇ ਕੁਛ ਮਿਲਿਆ ਵੀ ਹੈ ਨਾ, ਜਦੋਂ ਸੌਦਾ ਮਾਇਆ ਦੇ ਨਾਲ ਕਰੇਗਾ, ਮਾਇਆ ਨਾਲ, ਫਿਰ ਉਹ ਅਭਿਮਾਨ 'ਚ ਬਦਲ ਜਾਏਗਾ। ਜਿਹੜੀ ਰਾਤ ਮੈਂ ਬੇਨਤੀ ਕਰ ਰਿਹਾ ਸੀ, ਜੇ ਤੂੰ ਮਾਣ ਕਰੇਗਾ ਉਹਨੇ ਅਭਿਮਾਨ 'ਚ ਬਣ ਜਾਣਾ। ਪਰ ਜੇ ਜਿੱਥੇ ਤੇਰਾ ਸੌਦਾ ਮਨ ਦਾ ਹੋਏਗਾ ਉੱਥੇ ਮਨ ਹੀ ਮੁੱਕ ਗਿਆ, ਮਨ ਹੀ ਵੇਚਤਾ, ਮਨ ਹੀ ਬਰੋਬਰ ਰੱਖਤਾ, ਫਿਰ ਅਭਿਮਾਨ ਕੀ ਨਹੀਂ ਕਰਨਾ। ਫਿਰ ਪੜੋ, ਕਿਹਾ ਸੀ ਨਾ ਰਾਤ ਮੈਂ, ਜਿਸ ਵਖਰ ਕੋ ਰਾਮ ਨਾਮ ਸੰਤਨ ਕਰ ਤਜ ਅਭਿਮਾਨ। ਛੱਡਿਆ ਗਿਆ ਨਾ ਪਹਿਲੇ ਹੀ, ਕਿੱਥੇ ਕਰਾਂਗਾ ਅਭਿਮਾਨ? ਤਾਜੇ ਅਭਿਮਾਨ ਲਿਹੋ ਮਨ ਮੋਲ। ਮਨ ਦਾ ਅਭਿਮਾਨ ਛੱਡਣਾ ਪਏਗਾ। ਮਨ ਜਦੋਂ ਅਭਿਮਾਨ ਛੱਡੇਗਾ, ਮੈਂ ਛੱਡੇਗੀ, ਫਿਰ ਕੀ ਹੋ ਗਿਆ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ। ਇਹੀ ਤਾਂ ਕੂੜ ਦੀ ਕੰਧ ਸੀ, ਇਹੀ ਛੱਡਣੀ ਸੀ। ਤਾਜੇ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਆ ਹੈ ਜਦੋਂ ਮਨ ਦੇ ਦਿੱਤਾ, ਮਨ ਦੇ ਰਾਮ ਲਿਆ ਹੈ ਮੋਲ। ਤਾਂ ਮਨ ਦੇ ਕੇ ਆ ਭਾਈ, ਕੰਚਨ ਨਾਲ ਨਹੀਂ ਮਿਲਣਾ ਰੱਬ। ਦੇਖੋ ਕਿੰਨੀ ਸੋਹਣੀ ਗੱਲ ਲਿਖੀ ਹੈ। ਬੰਦਾ ਫਿਰ ਵੀ ਕਹਿੰਦਾ ਸੋਨਾ ਦਾਨ ਕਰ ਦਿਓ। ਕੰਚਨ ਸਿਉ ਪਾਈਐ ਨਹੀਂ ਤੋਲ। ਕੰਚਨ ਤੋਲ ਕੇ ਦੇਵੇਗਾ ਰੱਬ ਨਹੀਂ ਮਿਲਣਾ। ਸੋਨਾ ਦੇਵੇਗਾ, ਧਨ ਦੇਵੇਗਾ, ਜੋ ਮਰਜ਼ੀ ਦੇਵੇਗਾ, ਰੱਬ ਨਹੀਂ ਮਿਲੇਗਾ। ਮਾਣ ਮਿਲੇਗਾ, ਅਭਿਮਾਨ ਮਿਲੇਗਾ। ਜੇ ਰੱਬ ਲੈਣਾ ਹੈ ਫਿਰ ਕੀ ਕਰ? ਮਨ ਵੇਚੈ ਸਤਿਗੁਰ ਕੈ ਪਾਸ, ਮਨ ਵੇਚੈ ਸਤਿਗੁਰ ਕੈ ਪਾਸ। ਫਿਰ ਕੀ ਹੋ ਜਾਏਗਾ? ਵਿਕ ਗਿਆ ਨਾ ਜਦੋਂ ਵੇਚਤਾ। ਤੇ ਸੇਵਕ ਕੇ ਮਨ ਵੇਚਣਾ ਪਏਗਾ। ਮਨ ਤੇ ਜਦੋਂ ਮਨ ਹੀ ਵਿਕ ਗਿਆ, ਅਹੰਕਾਰ ਕੀ ਨਹੀਂ ਕਰਨਾ? ਫਿਰ ਤਾਂ ਮੇਰਾ ਮੁਝ ਮੈਂ ਕੁਛ ਨਹੀਂ। ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਮੇਰੀ ਇਹ ਪ੍ਰੀਤ ਹੈ। ਮੈਂ ਪਹਿਲਾਂ ਬੇਨਤੀ ਕਰ ਰਿਹਾ ਸੀ, ਨਾ ਤੂੰ ਆਵੇ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ। ਆਗਮ ਅਗੋਚਰਾ, ਆਗਮ ਵੀ ਹੁੰਦਾ ਹੈ ਜਿਹਨੂੰ ਪਕੜਿਆ ਨਾ ਜਾਏ, ਦੇਖਣ ਵਿੱਚ ਨਹੀਂ ਆਉਂਦਾ, ਸੁਣਨ ਵਿੱਚ ਨਹੀਂ ਆਉਂਦਾ। ਅਗੋਚਰ ਹੁੰਦਾ ਹੈ ਜੇ ਐਂ ਟੱਚ ਕਰਤਾ ਮੈਂ, ਇਹ ਚਰ ਹੈ। ਜੇ ਮੈਂ ਐਵੇਂ ਕੁਛ ਹੱਥ ਮਾਰਦਾ, ਮੈਨੂੰ ਕੁਛ ਟੱਚ ਨਹੀਂ ਹੋ ਰਿਹਾ, ਇਹ ਅਚਰ ਹੈ, ਅਗੋਚਰ ਹੈ। ਉਹ ਨਹੀਂ ਟੱਚ ਹੋ ਸਕਦਾ, ਨਾ ਦਿਖੇ ਨਾ ਸੁਣੇ। ਉਹਨੂੰ ਅਗੰਮ ਅਗੋਚਰਾ ਕਿਹਾ। ਕਿਉਂ ਨਹੀਂ ਹੈਗਾ? ਕਿਉਂਕਿ ਦਿਖਦਾ ਹੈਗਾ, ਪਰ ਉਹ ਅੱਖਾਂ ਨਹੀਂ ਹੈਗੀਆਂ ਜਿਨ੍ਹਾਂ ਨਾਲ ਅਸੀਂ ਵੇਖਦੇ ਹਾਂ। ਸੁਣਦਾ ਹੈਗਾ, ਉਹ ਕੰਨ ਨਹੀਂ ਹੈਗੇ। ਇਹ ਤਾਂ ਅਸੀਂ ਵੀ ਪੜ੍ਹਦੇ ਹਾਂ ਨਾ। ਬੋਲਣ ਦਾ ਸੌਖਾ ਕਹਿੰਦੇ ਸੀ ਵੀ ਉਹ ਤੇਰੇ ਅੱਖੀ ਨਹੀਂ ਬੋਲਿਆ, ਰੱਬ 100 ਤੇਤੋਂ ਵੱਖ ਨਹੀਂ, ਤੇਰੇ ਦੇਖਣ ਵਾਲੀ
ਚੰਗੀਆਂ ਭਲਾ ਅੱਖਾਂ ਤਾਂ ਲੱਗੀਆਂ ਹੀ ਨੇ, ਫਿਰ ਬੁੱਲਾ ਕਿਉਂ ਕਹਿ ਗਿਆ? ਇਹਦਾ ਮਤਲਬ ਉਹ ਕੋਈ ਹੋਰ ਅੱਖ ਹੈ। ਨਾਨਕ ਸੇ ਅੱਖੜੀਆਂ ਬਿਆਨ, ਬਾਣੀ ਕਹਿੰਦੀ ਨਾਨਕ ਸੇ ਅੱਖੜੀਆਂ ਬਿਆਨ, ਜਿਨ੍ਹਾਂ ਡਸੰਦੋ ਮਾਂ ਪਿਰੀ, ਜਿਨ੍ਹਾਂ ਦੇ ਨਾਲ ਮੇਰਾ ਪਿਰ ਦਿਸਦਾ ਨਾ, ਉਹ ਅੱਖੀਆਂ ਹੋਰ ਨੇ। ਇਹਦਾ ਮਤਲਬ ਦਿਸਦਾ ਤਾਂ ਹੈਗਾ, ਅੱਖਾਂ ਹੋਰ ਨੇ। ਫਿਰ ਹੁਣ ਧਿਆਨ ਦਿਓ ਜੀ, ਫਿਰ ਜੇ ਰੱਬ ਦੇਖਣਾ ਫਿਰ ਕੀ ਚਾਹੀਦਾ ਪਹਿਲਾਂ? ਬੋਲੋ, ਜੇ ਰੱਬ ਦੇਖਣਾ ਕੀ ਚਾਹੀਦਾ ਪਹਿਲਾਂ? ਅੱਖਾਂ ਚਾਹੀਦੀਆਂ ਨੇ। ਆ ਨਹੀਂ ਹੈਗੀਆਂ ਤਾਂ ਹੈਗੀਆਂ ਨੇ ਸਾਡੇ ਕੋਲ। ਉਹ ਅੱਖਾਂ ਚਾਹੀਦੇ ਜਿਨ੍ਹਾਂ ਨਾਲ ਵੇਖਦਾ ਹੈ। ਉਹ ਅੱਖਾਂ ਹੋਰ ਲਿਆਉਣੀਆਂ ਪੈਣੀਆਂ ਨੇ, ਉਹ ਐਨਕਾਂ ਹੋਰ ਲਵਾਉਣੀਆਂ ਪੈਣਗੀਆਂ। ਜਿਨੀ ਡਸੰਦੋ ਮਾਂ ਪਿਰੀ, ਇਹਨਾਂ ਅਸੀਂ ਕਹਿੰਦੇ ਇਹਨਾਂ ਨਾਲ ਹੀ ਦੇਖ ਲਈਏ ਨਾ। ਇਹ ਸੰਸਾਰ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਤਾਂ ਅੱਖਾਂ ਨੂੰ ਵਿਸ਼ ਜ਼ਹਿਰ ਦਿਖਦੀ ਆ, ਉਹ ਅੱਖਾਂ ਹੋਰ ਨੇ। ਸਾਹਿਬ ਪਾਤਸ਼ਾਹ ਕਹਿੰਦੇ ਇਸ ਕਰਕੇ ਉਸ ਪਰਮੇਸ਼ਰ ਨੂੰ ਅਗੰਮ ਅਗੋਚਰ ਹੈ ਉਹ। ਤੇ ਲਾਸਟ ਪੰਕਤੀ 'ਚ ਫਿਰ ਕੀ ਕਿਹਾ ਸੀ? ਤੂੰ ਭਗਤਾਂ ਕੇ ਬਸ, ਭਗਤਾਂ ਤਾਣ ਤੇਰਾ। ਹੈਗਾ ਰੱਬ ਬਸ ਕਿਹਨਾਂ ਦੇ ਆ? ਭਗਤਾਂ ਦੇ ਆ। ਫਿਰ ਕਰ ਭਗਤੀ, ਜੇ ਉਹਨੂੰ ਮਿਲਣਾ ਭਗਤੀ ਕਰ, ਬਸ ਰੌਲਾ ਖਤਮ ਹੋ ਗਿਆ ਨਾ। ਬਾਕੀ ਦੀ ਗੱਲਾਂ ਤੇ ਲਕੀਰ ਫੇਰਤੀ। ਇਸ ਲਈ ਬਾਬਾ ਜੀ ਕਹਿੰਦੇ ਤਾਂ ਆਖ ਨਾ ਸਕੇ ਕੋਈ, ਕੋਈ ਨਹੀਂ ਆਖ ਸਕਦਾ। ਫਿਰ ਜੇ ਵਡ ਭਾਵੈ ਤੇ ਵਡ ਹੋਏ, ਜਿੱਡਾ ਵੱਡਾ ਉਹ ਹੈਗਾ ਨਾ, ਕੋਈ ਜਾਵੇ ਵੀ ਮੈਂ ਭਾ ਲਿਆ ਇੱਥੇ ਤੱਕ ਪਤਾ ਲੱਗ ਗਿਆ, ਫਿਰ ਕੀ ਹੁੰਦਾ? ਉਹਦੇ ਬਰਾਬਰ ਜਾਏਗਾ ਤਾਂ ਦਿਸੇਗਾ ਵੀ ਉਹ ਐਡੀ ਦੂਰ ਹੈ, ਉਨੀ ਉਚਾਈ 'ਤੇ ਜਾਏਗਾ। ਪ੍ਰਭ ਕਾ ਸਿਮਰਨ ਸਭ ਤੋਂ ਸ੍ਰੇਸ਼ਟ ਉੱਚਾ ਹੈਗਾ, ਉੱਥੇ ਤੱਕ ਪਹੁੰਚਣਾ ਪਏਗਾ ਨਾ, ਫਿਰ ਹੀ ਪਤਾ ਲੱਗੇਗਾ। ਜੇਵੜ ਭਾਵੇਂ ਤੇਵੜ ਹੋਏ, ਜਦੋਂ ਬੰਦਾ ਉਹਦੇ ਤੱਕ ਪਹੁੰਚਦਾ ਕਹਿੰਦਾ ਇੱਥੇ ਆ ਅੱਗੇ, ਇੱਥੇ ਤਾਂ ਮੇਰੀ ਖੋਜ ਮੁੱਕ ਗਈ ਅੱਗੇ, ਫਿਰ ਤੇਵੜ ਵੱਡਾ ਹੋਰ ਹੋ ਜਾਂਦਾ, ਹੋਰ ਵੱਡਾ ਹੋ ਜਾਂਦਾ। ਇਸ ਕਰਕੇ ਕਹਿੰਦੇ ਨਾਨਕ ਜਾਣੇ ਸਾਚਾ ਸੋਏ, ਉਸ ਸੱਚੇ ਨੂੰ ਉਹੀ ਜਾਣ ਸਕਦਾ, ਉਹਦੇ ਵਿੱਚ ਭੇਦ। ਹੁਣ ਧਿਆਨ ਦਿਓ, ਸੌਖੀ ਜਿਹੀ ਗੱਲ ਕਹਿਣ ਲੱਗਿਆ, ਬੂੰਦ ਜਿੰਨੀ ਮਰਜ਼ੀ ਦੂਰ ਤੱਕ ਫਿਰੀ ਜਾਏ, ਉਹ ਦੱਸ ਨਹੀਂ ਸਕਦੀ ਸਮੁੰਦਰ ਕਿੱਡਾ, ਕਦੇ ਨਹੀਂ ਦੱਸ ਸਕਦੀ। ਫਿਰ ਕੀ ਹੋਇਆ? ਬੂੰਦ ਉਹਦੇ 'ਚ ਡਿੱਗ ਗਈ। ਹੁਣ ਜਿੱਥੇ ਜਿਹੜਾ ਤਲ ਸੀ ਨਾ ਸਮੁੰਦਰ ਦਾ, ਉਹ ਬੂੰਦ ਵਿੱਚ ਡਿੱਗੀ ਵੀ ਉਹਦੇ ਬਰਾਬਰ ਦੀ ਹੋ ਗਈ, ਹੋ ਗਈ ਕਿ ਨਹੀਂ? ਹੁਣ ਉਹਨੂੰ ਪੁੱਛ ਵੀ ਸਮੁੰਦਰ ਕਿੱਡਾ ਗਾ, ਕੀ ਦੱਸੂ? ਦੱਸਣ ਵਾਲੀ ਤਾਂ ਹੈ ਨਹੀਂ, ਹੋ ਗਈ ਨਾ। ਫਿਰ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹਿ ਰਿਹਾ ਸੀ, ਕਿਵੇਂ ਤੁਲਨਾ ਕਰੇ ਵੀ ਸਮੁੰਦਰ ਕਿੱਡਾ? ਸਮੁੰਦਰ ਜਿੱਡਾ ਵੱਡਾ ਉੱਡਾ ਦੱਸਣਾ ਪਊ, ਉਹਦੇ ਨਾਲ ਦੀ ਤੁਲਨਾ ਕਰਨੀ ਪਊ। ਤੁਲਨਾ ਕਰਨ ਵਾਸਤੇ ਹੈ ਕੋਈ ਨਹੀਂ, ਉਹਦੇ ਨਾਲ ਤੁਲਨਾ ਨਹੀਂ ਹੋ ਸਕਦੀ। ਜਦੋਂ ਮਿਲ ਗਿਆ ਫਿਰ ਤੁਲਨਾ ਕਰਨ ਨੂੰ ਦੱਸੇਗਾ ਕਿਵੇਂ? ਦੱਸ ਨਹੀਂ ਸਕਦਾ। ਇਸ ਕਰਕੇ ਆਖ ਕੇ ਖਤਮ ਹੋ ਗਏ, ਉਹਨੂੰ ਆਖ ਨਹੀਂ ਸਕੇ। ਨਾਨਕ ਜਾਣੇ ਸਾਚਾ ਸੋਏ। ਲਾਸਟ ਪੰਕਤੀ ਵਿੱਚ ਇੱਕ ਰਿਜ਼ਲਟ ਕੱਢਿਆ, ਕਹਿੰਦੇ ਜੇ ਕੋ ਆਖੈ, ਇੱਥੇ ਫਸਣਾ ਬਹੁਤਿਆਂ ਨੇ। ਜੇ ਕੋ ਆਖੈ, ਕਹਿੰਦੇ ਜੇ ਕੋਈ ਆਖਦਾ ਨਾ, ਫਿਰ ਕੀ? ਬੋਲ ਵਿਗਾੜ। ਇਹਦਾ ਮਤਲਬ ਕੀ ਹੁੰਦਾ? ਵਿਗਾੜ ਕੇ। ਬਾਣੀ ਨੇ ਵੀ ਕਹਿ ਦਿੱਤਾ ਵੀ ਰੱਬ ਅਜੂਨੀ ਹੈ, ਤੇ ਕੋਈ ਅੱਗੇ ਕਹੇ ਜੀ ਰੱਬ ਜੂਨੀ 'ਚ ਆ, ਵਿਗਾੜਤੀ ਨਾ ਬਾਣੀ। ਬੜੇ ਨੇ ਅਸੀਂ ਕਹਿੰਦੇ ਬਾਣੀ ਦੇ ਅਰਥ ਗਲਤ ਕਰਦੇ ਨੇ, ਇਹ ਬੋਲ ਨੂੰ ਵਿਗਾੜ ਦਿੰਦੇ ਨੇ। ਮਹਾਰਾਜ ਨੇ ਤਾਂ ਕੁਛ ਹੋਰ ਲਿਖਿਆ, ਉਹਨੂੰ ਵਿਗਾੜ ਕੇ ਅਰਥ ਬਣਾਤਾ ਹੋਰ। ਫਿਰ ਬਾਬਾ ਜੀ ਕਹਿੰਦੇ ਜੇ ਕੋ ਆਖਦਾ ਵੀ ਹੈ ਨਾ, ਬਾਣੀ ਕਹਿੰਦੀ ਹੈ ਰੱਬ ਜੂਨੀ 'ਚ ਨਹੀਂ ਆਉਂਦਾ ਹੈ, ਉਹਨੂੰ ਆਖਿਆ ਨਹੀਂ ਜਾ ਸਕਦਾ, ਉਹਦਾ ਮੁੱਲ ਹੈ। ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇੰਨੀ ਸੇਵਾ ਕੀਤੀ, ਬਾਬੇ ਨੇ ਕਿਰਪਾ ਕਰਤੀ, ਖਰੀਦ ਲਿਆ ਨਾ, ਮੁੱਲ ਪਾਤਾ। ਜੇ ਕੋ ਆਖੈ, ਉਹ ਬੋਲ ਨੂੰ ਵਿਗਾੜ ਕੇ ਆਖੂ। ਜਦੋਂ ਵੀ ਆਖੂ, ਜੇ ਉਹਨੇ ਆਖਤਾ, ਫਿਰ ਬਾਬਾ ਜੀ ਕਹਿੰਦੇ ਪਤਾ ਕੀ ਕਰਨਾ? ਫਿਰ ਤਾਂ ਲਿਖੀ ਹੈ, ਫਿਰ ਲਿਖੋ। ਜੇ ਤੁਸੀਂ ਲਿਖਣਾ ਹੋਵੇ ਨਾ, ਇੱਕ ਵੀ ਮੂਰਖਾਂ ਦੀ ਲਿਸਟ ਬਣਾਓ, ਦੁਨੀਆ ਦੇ ਉੱਤੇ ਮੂਰਖਾਂ ਦੀ ਲਿਸਟ ਬਣਾਓ ਵੀ ਕਿਹਨੂੰ ਕਿਹਨੂੰ ਮੂਰਖ ਕਹਿੰਦੀ ਹੈ ਬਾਣੀ, ਜਾਂ ਐਂ ਕਹਿ ਲਓ ਮੂਰਖ ਕਿਹਨੂੰ ਕਿਹਾ ਜਾਂਦਾ। ਲਿਸਟ ਬਣਾਓ, ਤੇ ਸਾਰਿਆਂ ਤੋਂ ਉੱਪਰ ਕਿਹਦਾ ਨਾਮ ਆਊਗਾ? ਜਿਹੜਾ ਇਹ ਕਹਿੰਦਾ ਗਾ ਰੱਬ ਨੂੰ ਆਖਿਆ ਜਾ ਸਕਦਾ ਹੈ, ਜਿਹੜਾ ਇਹ ਕਹਿੰਦਾ ਰੱਬ ਮੁੱਲ ਮਿਲ ਸਕਦਾ ਹੈ, ਜਿਹੜਾ ਇਹ ਕਹਿੰਦਾ ਹੈ ਰੱਬ ਦਿਖਾਈ ਦਿੰਦਾ ਹੈ। ਕਹਿੰਦੇ ਉਹ ਸਾਰਿਆਂ ਦਾ ਮੂਰਖ ਹੈ। ਤਾਂ ਲਿਖੀ ਹੈ, ਉਹਦੇ ਲਈ ਲਿਖੋ ਸਿਰੇ ਦੇ ਉੱਪਰ। ਸਿਰ ਸਾਰਿਆਂ ਦਾ ਸਿਰ ਹੈ,
ਕੀ ਗਵਾਰਾਂ, ਗਵਾਰ ਕਹਿੰਦੇ ਨੇ ਮੂਰਖ ਨੂੰ, ਗਵਾਰਾਂ ਦਾ ਗਵਾਰ, ਮੂਰਖਾਂ ਦਾ ਮੂਰਖ ਹੈ। ਐਡੀ ਵੱਡੀ ਗੱਲ ਕਹਿੰਦਾ ਉਹਨੂੰ ਆਹ ਲਿਖੋ। ਬਾਬਾ ਦੇਖੋ ਕੈਸਾ ਖਿਤਾਬ ਦੇ ਰਿਹਾ। ਫਿਰ ਲਿਖਣਾ ਕਾਹਦੇ ਵਾਸਤੇ ਆ, ਕਿਉਂ ਕਹਿਣਾ ਉਹਨੂੰ? ਸਗੋਂ ਉਹਨੂੰ ਤਾਂ ਕਹਿਣਾ ਮਹਾਰਾਜ ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਬਲਿਹਾਰੀ ਕੁਦਰਤ ਵਸਿਆ, ਬਲਿਹਾਰੀ ਕੁਦਰਤ ਵਸਿਆ।